Hello, good morning, students. I am Abhay again with you with my next lecture, that is on the importance of agriculture marketing or the impact of agriculture on trade and industrialization. Next topic of your syllabus. So, here we will discuss what are the impacts of agriculture over the marketing, over the trade, what are the benefits of agricultural trade ਔਰ ਕਮਰਸ਼ੀਅਲਾਈਜੇਸ਼ਨ ਔਰ ਇੰਡਸਟਰੀਲਾਈਜੇਸ਼ਨ ਆਫ ਐਗਰੀਕਲਚਰ। ਬੇਟਾ ਇਹ ਅੱਜ ਦੇ ਲੈਕਚਰ 'ਚ ਅਸੀਂ ਇਹ ਪੜ੍ਹਾਂਗੇ ਕਿ ਜਿਹੜੀ ਖੇਤੀਬਾੜੀ ਹੈ ਇਹਨੂੰ ਅਸੀਂ ਵਪਾਰ ਦੇ ਨਾਲ ਕਿੱਦਾਂ ਵਪਾਰ ਦੇ ਵਿੱਚ ਕਿੱਦਾਂ ਇਹਦੇ ਫਾਇਦੇ ਨੇ, ਠੀਕ ਹੈ, ਕਿੱਦਾਂ ਸਾਡੀ ਇਕੋਨਮੀ ਨੂੰ ਸਾਡੀ ਠੀਕ ਹੈ ਇੰਪਰੂਵ ਕਰਦਾ ਆ, ਅਤੇ ਅਸੀਂ ਇਹਨੂੰ ਇੰਡਸਟਰੀਲਾਈਜੇਸ਼ਨ ਲੈਵਲ 'ਤੇ ਕਿੱਦਾਂ ਲੈ ਸਕਦੇ, ਕਮਰਸ਼ੀਅਲ ਲੈਵਲ 'ਤੇ ਕਿੱਦਾਂ ਇਹ ਸਾਡੇ ਲਈ ਹੈਲਪਫੁੱਲ ਹੈ ਸਾਡੀ ਖੇਤੀਬਾੜੀ ਐਗਰੀਕਲਚਰ। ਸੋ ਕਹਿੰਦੇ ਜਿਹੜੇ ਐਗਰੀਕਲਚਰ ਮਾਰਕੀਟਿੰਗ ਪਲੇ ਐਨ ਇੰਪੋਰਟੈਂਟ ਰੋਲ ਨੋਟ ਓਨਲੀ ਇਨ ਸਟੀਮੂਲੇਟਿੰਗ ਦ ਪ੍ਰੋਡਕਸ਼ਨ ਐਂਡ ਕੰਜ਼ਪਸ਼ਨ। ਕਹਿੰਦੇ ਇਕੱਲੀ ਐਗਰੀਕਲਚਰ ਸਾਡੀ ਪੈਦਾਵਾਰ ਹੀ ਨਹੀਂ ਵਧਾਉਂਦੀ ਜਾਂ ਪੈਦਾਵਾਰ ਵਧਾਉਣ ਦੀ ਔਰ ਜ਼ਿਆਦਾ ਖਾਣ 'ਚ ਹੀ ਨਹੀਂ ਮਤਲਬ ਫਾਇਦੇਮੰਦ, ਬਟ ਇੱਕ ਐਕਸਲਰੇਟਿੰਗ ਹੁੰਦਾ ਮਤਲਬ ਉਹਨੂੰ ਸਪੀਡ ਅਪ ਕਰਨਾ, ਅੱਗੇ ਲੈ ਕੇ ਜਾਣਾ। ਕਹਿੰਦੇ ਖੇਤੀਬਾੜੀ ਸਾਡੀ ਇਕੋਨਮਿਕ ਡਿਵਲਪਮੈਂਟ ਨੂੰ ਵੀ ਕੀ ਕਰਦੀ ਹੈ, ਸਪੀਡ ਅਪ ਕਰਦੀ ਹੈ, ਉਹਨੂੰ ਵਧਾਉਂਦੀ ਹੈ, ਉਹਨੂੰ ਅੱਗੇ ਲੈ ਕੇ ਜਾਂਦੀ ਹੈ। ਅਤੇ ਇਹਦਾ ਇੱਕ ਡਾਇਨਮਿਕ ਫੰਕਸ਼ਨ ਹੈ ਸਾਡੀ ਖੇਤੀਬਾੜੀ ਦਾ, ਠੀਕ ਹੈ। ਔਰ ਇਹਦੀ ਇੱਕ ਪ੍ਰਾਇਮਰੀ ਇੰਪੋਰਟੈਂਸ ਹੈ ਇਕੋਨਮਿਕ ਡਿਵਲਪਮੈਂਟ ਨੂੰ ਪ੍ਰਮੋਟ ਕਰਨ 'ਚ, ਇਕੋਨਮਿਕ ਡਿਵਲਪਮੈਂਟ ਨੂੰ ਦੀ ਵਿਵਸਥਾ ਨੂੰ ਸੁਧਾਰਨ 'ਚ ਇਹਦਾ ਬਹੁਤ ਹੀ ਇੱਕ ਪ੍ਰਾਇਮਰੀ ਫੰਕਸ਼ਨ ਹੈ। ਸੋ ਜੇ ਖੇਤੀਬਾੜੀ ਹੋਏਗੀ ਅਲਟੀਮੇਟਲੀ ਸਾਡੀ ਜਿਹੜੀ ਗਰੋਥ ਹੋਏਗੀ ਇਕੋਨਮੀ ਦੀ ਉਹ ਪ੍ਰਮੋਟ ਹੋਏਗੀ, ਠੀਕ ਹੈ, ਵਧੇਗੀ, ਔਰ ਵੀ ਵਿਲ ਗੈਟ ਗੁੱਡ ਰਿਜ਼ਲਟਸ of production as well as economy. For this reason it has been described as the important multiplier of agriculture development. So ਬੇਟਾ ਇਸੇ ਹੀ ਰੀਜ਼ਨ ਕਰਕੇ ਅਸੀਂ ਐਗਰੀਕਲਚਰ ਨੂੰ ਇਹ ਕੀ ਡਿਸਕਰਾਈਬ ਕਰਦੇ ਹਾਂ, ਕੀ ਕਹਿੰਦੇ ਹਾਂ ਕਿ ਇਹ ਬਹੁਤ ਵੱਡੀ ਇੱਕ ਮਲਟੀਪਲਾਇਰ ਮਤਲਬ ਮਲਟੀਪਲਾਈ ਕਰਨ ਨਾਲ ਕੀ ਹੁੰਦਾ ਸਾਡੀ ਚੀਜ਼ ਵੱਧਦੀ ਹੈ, ਠੀਕ ਹੈ, ਬਹੁਤ ਵੱਡੀ ਸਾਡੀ ਇੱਕ ਪ੍ਰਮੋਟਰ ਹੈ ਜਿਹੜਾ ਸਾਡੀ ਡਿਵਲਪਮੈਂਟ ਨੂੰ ਇਕੋਨਮਿਕ ਡਿਵਲਪਮੈਂਟ ਨੂੰ ਪ੍ਰਮੋਟ ਕਰ ਰਿਹਾ ਹੈ, ਉਹ ਕੀ ਹੈ ਸਾਡੀ ਖੇਤੀਬਾੜੀ। ਸੋ ਇੰਡੀਅਨਸ ਏਜ ਓਲਡ ਫਾਰਮਿੰਗ ਪ੍ਰੈਕਟਿਸਿਸ ਹੈਵ ਟੇਕਨ ਅ ਟਰਨ ਟੂ ਰੀਸੈਂਟ ਡਿਕੇਡਸ, ਬਟ ਕਹਿੰਦੇ ਜੇ ਇੰਡੀਆ ਦਾ ਜਿਹੜੀ ਖੇਤੀਬਾੜੀ ਸਿਸਟਮ ਸੀ ਉਹਨੇ ਕੁਝ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਕੁਝ ਡਿਕੇਡ ਦੇ ਵਿੱਚ ਸਾਡੇ ਕੋਲ ਕੀ ਹੈ ਇੰਪਰੂਵਮੈਂਟ ਆਈ ਹੈ, ਉਹਦੇ 'ਚ ਕੁਝ ਸੋਧ ਹੋਈਆਂ ਨੇ, ਠੀਕ ਹੈ। ਉਹਨਾਂ ਇੰਪਰੂਵਮੈਂਟਸ ਕਰਕੇ ਕੀ ਆਇਆ, ਉਹਦੇ ਕੋਲ ਟੈਕਨੋਲੋਜੀ ਆਈ ਹੈ, ਟੈਕਨੋਲੋਜੀ ਨੇ ਆਪਣੀ ਟੈਕਨੋਲੋਜੀਕਲ ਬ੍ਰੇਕ ਥਰੂ ਦਿੱਤੇ ਨੇ, ਜਿਹਦੇ ਨਾਲ ਕੀ ਹੁੰਦਾ ਪਿਆ ਸਾਡੀ ਜਿਹੜੀ ਐਵੋਲਿਊਸ਼ਨ ਹੈ ਐਗਰੀਕਲਚਰ ਦੀ ਉਹ ਬਹੁਤ ਹੀ ਫਾਸਟ ਰੇਟ 'ਤੇ ਇਵੋਲਵ ਹੋ ਰਹੀ ਹੈ ਐਗਰੀਕਲਚਰ, ਠੀਕ ਹੈ। ਕੀ ਹੋ ਰਿਹਾ, ਦਾ ਐਵੋਲਿਊਸ਼ਨ ਆਫ ਹਾਈ ਯੀਲਡਿੰਗ ਸੀਡ ਵਰਾਇਟੀਜ਼ we produced so many HYV seeds, high yielding variety seeds ਅਸੀਂ ਤਿਆਰ ਕੀਤੇ, ਅਸੀਂ ਫਰਟੀਲਾਈਜ਼ਰਸ ਦਾ, ਇਨਸੈਕਟੀਸਾਈਡ ਦਾ, ਪੈਸਟੀਸਾਈਡ ਦਾ ਯੂਜ਼ ਕਰਕੇ, ਠੀਕ ਹੈ। ਅਸੀਂ ਇਰੀਗੇਸ਼ਨ ਲਈ ਪੰਪਿੰਗ ਸੈੱਟ ਇੰਸਟਾਲੇਸ਼ਨ ਕਰਕੇ, ਠੀਕ ਹੈ, ਪਲੋਇੰਗ ਲਈ ਅਸੀਂ ਟਰੈਕਟਰਾਈਜੇਸ਼ਨ ਨੂੰ ਇਨਵੋਲਵ ਕਰਕੇ, ਇਹ ਸਾਰੀਆਂ ਟੈਕਨੀਕਸ ਦੇ ਨਾਲ ਕੀ ਹੋਇਆ ਸਾਡੇ ਕੋਲ ਇੱਕ ਸਬਸਟੈਂਸ਼ੀਅਲ ਇਨਕਰੀਜ਼ ਹੋਈ ਕਦੇ ਸਾਡੀ ਪੈਦਾਵਾਰ 'ਚ, ਠੀਕ ਹੈ। ਉਹ ਪੈਦਾਵਾਰ ਨੇ ਕੀ ਕੀਤਾ ਸਾਡੇ ਨੂੰ ਮਾਰਕੀਟ ਨੂੰ ਸਰਪਲਸ ਕੀਤਾ, ਔਰ ਮਾਰਕੀਟ 'ਚ ਜਦੋਂ ਸਾਡੀ ਪ੍ਰੋਡਕਸ਼ਨ ਦੀ ਸਰਪਲਸ ਹੋਈ ਉਹਨੇ ਅਲਟੀਮੇਟਲੀ ਸਾਡੀ ਇਕੋਨਮੀ ਨੂੰ ਡਿਵੈਲਪ ਕੀਤਾ, ਠੀਕ ਹੈ, ਔਰ ਇੰਪਰੂਵ ਕੀਤਾ ਔਰ ਪ੍ਰਮੋਟ ਕੀਤਾ। ਅਤੇ ਇਸੇ ਚੀਜ਼ ਨੂੰ ਬਣਾਏ ਰੱਖਣ ਲਈ, ਠੀਕ ਹੈ, ਆਪਣੀ ਪੈਦਾਵਾਰ ਨੂੰ ਜ਼ਿਆਦਾ ਬਣਾਏ ਰੱਖਣ ਲਈ, ਠੀਕ ਹੈ, ਆਪਣੀ ਇਕੋਨਮੀ ਦੀ ਡਿਵਲਪਮੈਂਟ ਨੂੰ ਦੇਖਦੇ ਹੋਏ ਅਸੀਂ ਕੀ ਕੀਤਾ, ਇਸ ਚੀਜ਼ ਨੂੰ ਅਸੀਂ ਟੈਕਨੋਲੋਜੀਕਲ ਡਿਵਲਪਮੈਂਟ ਦੇ ਨਾਲ ਰਿਲੇਟ ਕੀਤਾ, ਅਤੇ ਉਹਦੇ ਨਾਲ ਕੀ ਹੋਇਆ ਸਾਡੇ ਕੋਲ ਬਹੁਤ ਸਾਰੀਆਂ ਸਾਡੇ ਨੂੰ ਫਾਇਦੇ ਹੋਏ। ਫਾਇਦਿਆਂ ਦੇ ਨਾਲ ਸਾਡੇ ਕੀ ਹੋਇਆ ਕਿ ਜਿਹੜਾ ਫਾਰਮਰ ਸੀ ਉਹਨੇ ਇੱਕ ਵਧੀਆ ਮਾਰਕੀਟਿੰਗ ਸਿਸਟਮ ਨੂੰ ਡਿਵੈਲਪ ਕੀਤਾ। ਜਦੋਂ ਮਾਰਕੀਟਿੰਗ ਸਿਸਟਮ ਵਧੀਆ ਡਿਵੈਲਪ ਹੋਇਆ ਅਲਟੀਮੇਟਲੀ ਸਾਡੇ ਕੋਲ
ਮਾਰਕੀਟ ਵੈਲਿਊ ਜਿਹੜੀ ਹੈ ਐਗਰੀਕਲਚਰ ਪ੍ਰੋਡਿਊਸ ਦੀ ਉਹ ਵਧੀ, ਉਹਦੀ ਅਸੈਪਟੈਂਸ ਵਧੀ, ਉਹਦੀ ਡਿਮਾਂਡ ਇਨਕਰੀਜ਼ ਹੋਈ, ਜਿਹਦੇ ਨਾਲ ਕੀ ਹੋਇਆ, ਕਿਸਾਨ ਨੂੰ ਆਪਣੀ ਪੈਦਾਵਾਰ ਤੋਂ ਇੱਕ ਵਧੀਆ ਮੁੱਲ ਮਿਲਣਾ ਸ਼ੁਰੂ ਹੋਇਆ ਔਰ ਉਹਨੂੰ ਇੱਕ ਵਧੀਆ ਕਮਾਈ ਹੋਣੀ ਸ਼ੁਰੂ ਹੋਈ। ਸੋ ਇੱਥੋਂ ਸਾਨੂੰ ਕੀ ਪਤਾ ਲੱਗਾ ਕਿ ਜਿਹੜੀ ਖੇਤੀਬਾੜੀ ਸੀ ਉਹਦਾ ਬਹੁਤ ਹੀ ਜ਼ਿਆਦਾ ਪਿਛਲੇ ਕੁਝ ਸਾਲਾਂ ਤੋਂ, ਕੁਝ 100 ਸਾਲਾਂ ਤੋਂ ਸਾਡਾ ਰੋਲ ਹੈ ਇਕੋਨਮੀ ਨੂੰ ਡਿਵੈਲਪ ਕਰਨ 'ਚ। ਕਿਉਂਕਿ ਉਹਨੇ ਬਹੁਤ ਹੀ ਵਧੀਆ ਟੈਕਨੋਲੋਜੀਕਲ ਤਰੀਕਿਆਂ ਦੇ ਨਾਲ ਖੇਤੀ ਨੂੰ ਵਧਾਉਣ ਸ਼ੁਰੂ ਕੀਤਾ, ਉਹਨੂੰ ਇੰਪਰੂਵ ਕਰਨਾ ਸ਼ੁਰੂ ਕੀਤਾ। ਅਤੇ ਬੇਟਾ ਜਿਹੜੀ ਇਹਦੇ ਨਾਲ ਜਿਹੜੀ ਮਾਰਕੀਟ ਬਣੀ ਸਾਡੀ ਐਗਰੀਕਲਚਰ ਦੀ, ਉਸ ਮਾਰਕੀਟ ਨੇ ਇੱਕ ਬਹੁਤ ਹੀ ਵਧੀਆ ਆਪਣਾ ਰੋਲ ਪਲੇਅ ਕੀਤਾ ਹੈ। ਉਹ ਕਾਹਦੇ 'ਚ ਕੀਤਾ ਹੈ, ਅਸੀਂ ਪਹਿਲਾਂ ਵੀ ਕਿਹਾ ਹੈ, ਇਕੋਨਮਿਕ ਡਿਵਲਪਮੈਂਟ 'ਚ। ਠੀਕ ਹੈ, ਅਤੇ ਉਹ ਇਕੋਨਮਿਕ ਡਿਵਲਪਮੈਂਟ ਨੇ ਕੀ ਕੀਤਾ ਬੇਟਾ, ਉਹਦੇ ਨਾਲ ਸਾਡੇ ਕੋਲ ਪ੍ਰਾਈਜ਼ ਦੀ ਡਿਮਾਂਡ ਇਨਕਰੀਜ਼ ਹੋਈ। ਠੀਕ ਹੈ, ਪ੍ਰਾਈਜ਼ ਦੀ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਸਾਡੇ ਕੋਲ ਪ੍ਰੋਡਿਊਸਰਸ ਨੂੰ ਜਦੋਂ ਫਾਇਦਾ ਹੋਣਾ ਸ਼ੁਰੂ ਹੋਇਆ, ਪ੍ਰੋਫਿਟ ਹੋਣਾ ਸ਼ੁਰੂ ਹੋਇਆ, ਉਹਨੇ ਆਪਣੀ ਕਲਟੀਵੇਸ਼ਨ ਨੂੰ ਹੋਰ ਸੁਧਾਰਿਆ। ਹੋਰ ਸੁਧਾਰਨ ਦੇ ਨਾਲ ਉਹਦੀ ਕਰੋਪ ਹੋਰ ਵਧੀਆ ਹੋਣੀ ਸ਼ੁਰੂ ਹੋ ਗਈ ਔਰ ਉਹਦੇ ਰਿਟਰਨ 'ਚ ਜਦੋਂ ਕਰੋਪ ਵਧੀਆ ਹੋਈ, ਉਹਦੇ ਨਾਲ ਉਹਨੂੰ ਕੀ ਮਿਲਿਆ, ਬਹੁਤ ਸਾਰੀ ਪ੍ਰੋਫਿਟ ਮਿਲਿਆ, ਬਹੁਤ ਸਾਰੀ ਆਮਦਨ ਹੋਈ। ਉਹ ਆਮਦਨ ਨੇ ਕੀ ਕੀਤਾ, ਜਿੰਨੀਆਂ ਵੀ ਸਾਡੇ ਕੋਲ ਜਿੰਨੀਆਂ ਵੀ ਸਮਾਜਿਕ ਜਾਂ ਪ੍ਰਾਕ੍ਰਿਤਿਕ ਜਾਂ ਪੈਸੇ ਦੇ ਤੌਰ 'ਤੇ ਜਿਹੜੀ ਸਾਡੇ ਕੋਲ ਮੰਦੀ ਸੀ, ਉਹ ਸਾਰੀ ਦੀਆਂ ਸਾਰੀਆਂ ਸਾਡੇ ਕੋਲ ਕੀ ਹੋ ਗਈਆਂ, ਦੂਰ ਹੋ ਗਈਆਂ। ਠੀਕ ਹੈ, ਜਿੱਦਾਂ ਬੇਟਾ ਇਹਦੇ 'ਚ ਲਿਖਿਆ ਹੀ ਹੋਇਆ ਕਿ ਇਟ ਇਜ਼ ਦੀ ਮਾਰਕੀਟਿੰਗ ਸਿਸਟਮ ਦੈਟ ਟਰਾਂਸਮਿਟਸ ਦੀ ਕ੍ਰੂਸ਼ੀਅਲ ਪ੍ਰਾਈਸ ਸਿਗਨਲਸ। ਠੀਕ ਹੈ, ਕਹਿੰਦੇ ਇੱਕ ਮਾਰਕੀਟਿੰਗ ਸਿਸਟਮ ਹੀ ਸੀ ਜਿਹਦੇ 'ਚ ਬੇਟਾ ਸਿਸਟਮ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਅਸੀਂ ਚੀਜ਼ ਨੂੰ ਕਿਸ ਤਰ੍ਹਾਂ ਪ੍ਰੋਡਿਊਸ ਕਰਨਾ, ਉਹਨੂੰ ਵੇਚਣਾ ਕਿਸ ਤਰ੍ਹਾਂ ਹੈ। ਉਹਨੇ ਸਾਡੇ ਕੋਲ ਪੈਸੇ ਦੇ ਆਉਣ ਦੇ ਸਾਡੇ ਕੋਲ ਚਾਂਸਿਸ ਇਨਕਰੀਜ਼ ਹੋ ਗਏ। ਔਰ ਦੂਜੇ ਪਾਸੇ ਕੀ ਹੋਇਆ, ਔਨ ਦੀ ਅਦਰ ਹੈਂਡ, ਇਨ ਔਰਡਰ ਟੂ ਸਸਟੇਨ ਦੀ ਗਰੋਥ ਆਫ ਦੀ ਨਾਨ ਐਗਰੀਕਲਚਰ ਸੈਕਟਰ, resources have to be extracted from the agriculture sector, physical resources to guaranteed supplies of food and raw material for the agro industry, and financial resources for the investment in non-farm economy as well as reinvestment in agriculture। ਬੇਟਾ ਦੇਖੋ ਸਾਡੇ ਕੋਲ ਕੀ ਕੀਤਾ, ਜਦੋਂ ਖੇਤੀਬਾੜੀ 'ਚ ਸਾਡੇ ਕੋਲ ਪ੍ਰੋਡਕਸ਼ਨ ਜ਼ਿਆਦਾ ਹੋਣ ਲੱਗੀ, ਅਸੀਂ ਉਹਨੂੰ ਕੰਜ਼ਿਊਮ ਕਰਨ ਲੱਗ ਪਏ। ਕੰਜ਼ਪਸ਼ਨ ਤੋਂ ਬਾਅਦ ਵੀ ਜਦੋਂ ਸਾਡੇ ਕੋਲ ਪੈਦਾਵਾਰ ਬਚੀ ਰਹੀ ਅਤੇ ਅਸੀਂ ਉਹਨੂੰ ਕੀ ਕੀਤਾ, ਉਹਨੂੰ ਅਸੀਂ ਨੋਨ ਐਗਰੀਕਲਚਰ ਸੈਕਟਰ 'ਚ ਮੂਵ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ ਬੇਟਾ, ਨੋਨ ਐਗਰੀਕਲਚਰ ਸੈਕਟਰ 'ਚ ਜਦੋਂ ਮੂਵ ਕਿਉਂ ਕੀਤਾ, ਕਿਉਂਕਿ ਉਹਨੂੰ ਅਸੀਂ ਇੰਡਸਟਰੀਅਲਾਈਜੇਸ਼ਨ ਵੱਲ ਲੈ ਕੇ ਗਏ। ਕਿਉਂਕਿ ਉਹ ਇੰਡਸਟਰੀ ਦੇ ਵਿੱਚ ਸਾਡੇ ਕੋਲ ਐਗਰੀਕਲਚਰ ਪ੍ਰੋਡਿਊਸ ਜਿਹੜਾ ਸੀ ਉਹ ਐਜ਼ ਅ ਰॉ ਮਟੀਰੀਅਲ ਯੂਜ਼ ਹੁੰਦਾ ਸੀ ਅਤੇ ਉਹਦੇ ਤੋਂ ਹੋਰ ਨਵੇਂ ਪ੍ਰੋਡਕਟ ਬਣਨੇ ਸ਼ੁਰੂ ਹੋਏ। ਜਿਵੇਂ ਕਿ ਤੁਸੀਂ ਦੇਖਦੇ ਹੀ ਹੋ, ਠੀਕ ਹੈ ਨਾ, ਆਪਣੀ ਸ਼ੂਗਰ ਕੇਨ ਤੋਂ ਸ਼ੂਗਰ ਬਣਦੀ ਹੈ, ਜਦੋਂ ਉਹਦਾ ਸਿਰਪ ਬਚ ਜਾਂਦਾ ਉਹਦੇ ਤੋਂ ਸਾਡੇ ਕੋਲ ਡਿਸਟਿਲਰੀ ਲੱਗਦੀ ਹੈ, ਡਿਸਟਿਲਰੀ ਤੋਂ ਅਲਕੋਹਲ ਬਣਦੀ ਹੈ। ਸੋ ਕੀ ਸਾਡੇ ਦੇਖੋ ਪਹਿਲਾਂ ਇਕੱਲੀ ਸਾਨੂੰ ਗੰਨਾ ਵੇਚਣ 'ਤੇ ਹੀ ਫਾਇਦਾ ਹੋਣਾ ਸੀ, ਪੈਸੇ ਹੋਣੇ ਸੀ। ਹੁਣ ਉਹਦੇ ਤੋਂ ਜਦੋਂ ਅਲਕੋਹਲ ਬਣੀ ਅਤੇ ਉਹਦੇ ਤੋਂ ਵੀ ਤੁਹਾਨੂੰ ਫਾਇਦਾ ਹੋਇਆ। ਅਤੇ ਕਹਿੰਦੇ ਜਿਹੜੀ ਐਗਰੀਕਲਚਰ ਦੀ ਇੰਪਰੂਵਮੈਂਟ ਨੇ ਇਕੱਲਾ ਐਗਰੀਕਲਚਰ ਸੈਕਟਰ ਨੂੰ ਨਹੀਂ, ਨੋਨ ਐਗਰੀਕਲਚਰ ਸੈਕਟਰ ਨੂੰ ਵੀ बढ़ावा दिता, इंडस्ट्रीलाइजेशन ਨੂੰ ਪ੍ਰਮੋਟ ਕੀਤਾ। ਕਿਉਂਕਿ ਜਿਹੜਾ ਉਹਦਾ ਆਪਣਾ ਰॉ ਮਟੀਰੀਅਲ ਸੀ ਉਹ ਕਿੱਥੇ ਯੂਜ਼ ਹੁੰਦਾ ਸੀ, ਇੰਡਸਟਰੀ 'ਚ ਯੂਜ਼ ਹੁੰਦਾ ਸੀ ਹੋਰ ਵਧੀਆ ਪ੍ਰੋਡਕਟਸ ਬਣਾਉਣ ਲਈ। ਅਤੇ ਇਹਦੇ ਨਾਲ ਉਹਦੀ ਬੇਟਾ ਇੱਕ ਇਨਵੈਸਟਮੈਂਟ ਸਾਡੀ ਵਧੀ। ਦੂਜਾ ਜੇ ਤੁਸੀਂ ਉਹਦੇ ਤੋਂ ਜਿਹੜਾ ਪੈਸਾ ਆਉਣ ਲੱਗਾ ਉਹ ਦੁਬਾਰਾ ਉਹਨੇ ਐਗਰੀਕਲਚਰ 'ਚ ਇਨਵੈਸਟ ਕੀਤਾ, ਜਿਹਦੇ ਨਾਲ ਕੀ ਹੋਇਆ, ਜਿਹੜੀ ਇਕੋਨਮੀ ਸੀ, ਫਾਰਮ ਇਕੋਨਮੀ ਸੀ, ਉਹ ਸਾਡੀ ਕੀ ਹੋ ਗਈ, ਵੱਧ ਗਈ। ਠੀਕ ਹੈ, ਸਾਨੂੰ ਫਾਈਨੈਂਸ਼ੀਅਲੀ ਫਾਇਦਾ ਹੋਣਾ ਸ਼ੁਰੂ ਹੋ ਗਿਆ। ਔਨ ਦਾ ਬੇਸਿਸ ਆਫ IADP ਐਕਸਪੀਰੀਅੰਸ, Khel has shown the marketing problem. Khel show that the marketing problem begins to merge in the process of shifting from traditional to modern agriculture, because the production surpluses generated by the shift. Indeed, the terms modern agriculture implies a market-oriented agriculture. The scope for moving towards modern agriculture
must include market dimensions if the momentum of production transformation is to be sustained। ठीक है बेटा कहते कि जी साढ़े कोल जे असी अपने जो असी मार्केटिंग करनी शुरू की सानू कुछ प्रॉब्लम्स आईयां। ठीक है क्यों क्योंकि जी प्रोडक्शन की सरप्लसिस सी उन्हें एकदम शिफ्ट लिया तो वो की होया जी साढ़े कोल मॉडर्न एग्रीकल्चर ने की किता वो मार्केट ओरीएंटेड एग्रीकल्चर सी। ठीक है तो जी मार्केट ओरीएंटेड एग्रीकल्चर सानू की कहती आ कि असी अपनी जी मॉडर्न टैक्नोलॉजी के नाल जिहड़ा भी एग्रीकल्चर प्रोड्यूस आ उन्होंने असी मार्केट च लैके आईए तो मार्केट च लियाउण दे नाल जिहड़ा साडे कोल प्रोडक्शन मोमेंटम है वो की होवे साडे कोल सस्टेन्ड होवे। ठीक है कि जे साडे कोल जिन्नी जिन्नी रिक्वायरमेंट है उन्नी उन्नी साडे कोल प्रोडक्शन भी होनी चाहिए है दैट इज़ मोमेंटम। ठीक है मोमेंटम की होंदा किसी चीज़ का चेंज होना अकॉर्डिंग टू द सिचुएशन। जे मार्केट डिमांड ज़्यादा है तो प्रोडक्शन ज़्यादा होनी चाहिए, जे मार्केट डिमांड घट है तो साड़ी उस चीज़ नूं घट प्रोड्यूस करना चाहिए है। ठीक है तो बेटा नैक्सट है इंपॉर्टेंस ऑफ एग्रीकल्चर मार्केटिंग इन इकोनॉमिक डेवलपमेंट इज़ रिवील्ड फ्रॉम द फॉलोइंग। बेटा साढ़े कोल कुछ पॉइंट्स ने जिन्हां तो असीं देखांगे कि जी एग्रीकल्चर मार्केटिंग आ वो किद्दां इकोनॉमिक डेवलपमेंट नूं प्रमोट करती है। पहला बेटा ऑप्टिमाइजेशन ऑफ रिसोर्सिस यूज एंड आउटपुट मैनेजमेंट। बेटा ऑप्टिमाइजेशन मीनस होंदा एक पर्टिकुलर लैवल ते चीज़ नूं लैके आना। पहला ही मैं तुहानूं दस्सिया है कि जिन्नी जरूरत है उन्ना ही उन्होंने प्रोड्यूस करना। ठीक है जे नहीं वो डिमांड मार्केट से उन्होंने घट प्रोड्यूस करना। जे इंडस्ट्रीयल लैवल पर वो ज़्यादा रिक्वायरमेंट है तो उन्होंने ज़्यादा प्रोड्यूस करो, जे वो डिमांड नहीं है तो उन्होंने घट प्रोड्यूस करो आइदर इन इंडस्ट्री आइदर और इन मार्केट। सैकेंड है इंक्रीज़ इन फार्म इनकम। ठीक है बेटा जो जे तुसी मार्केटिंग करनी है तो ठीक है तेरे को जी इनकम है वो प्रॉपर होनी चाहिए है। ठीक है ਉਹਦੇ ਨਾਲ ਸਾਡੇ ਕੋਲ ਕੀ ਹੋਏਗਾ ਇਨਕਮ ਪ੍ਰੋਪਰ ਕਦੋਂ ਹੋਏਗੀ ਜਦੋਂ ਸਾਡੀ ਚੀਜ਼ ਪ੍ਰੋਪਰਲੀ ਮਾਰਕੀਟ 'ਚ ਅਸੈਪਟੇਬਲ ਹੋਏਗੀ ਔਰ ਓਬਵੀਅਸ ਹੈ ਜਦੋਂ ਮਾਰਕੀਟ 'ਚ ਇਹਨੂੰ ਅਸੈਪਟ ਕਰੇਗੀ ਦੀ ਓਬਵੀਅਸ ਯੂ ਵਿਲ ਗੈਟ ਸਮ ਇਨਕਮ ਸਮ ਨਹੀਂ ਮਚ ਇਨਕਮ ਸੋ that ultimately affect the economy of the agro farm. So now there is a need to provide adequate incentives for increased production and therefore a very important, and this can be made possible only by streamlining the marketing system. If we keep our market in a smooth or streamlined way, proper inputting and proper output, if we are doing input of resources properly, definitely we will get good output in the form of income. Third is the widening of markets. Just don't keep it in the limits. Keep your promote your market or do or extend the dimension of your market so that your product your product will get sold on a good rate and you will get a good income from your produce. Fourth one is the good agro based industry. So if your agriculture system of marketing, if it is able to give you a good raw material for the industry, definitely like cotton, sugar, edible oils, food processing, jute depend on agriculture for the supply of raw material. Definitely the agriculture production of all these raw material will sell at higher price and economically or financially agro based industries will be flourished with a good income with such raw materials. Price signals,
if your market system is good, then definitely farmer will get good, you can say, good income, and this income will transmit price signals, and or you can say ਤੁਹਾਡੇ ਜਿਹੜੇ ਰੇਟ ਆ ਉਹ ਚੀਜ਼ ਦੇ ਵੱਧ ਜਾਣਗੇ। ਅਡੋਪਸ਼ਨ ਐਂਡ ਸਪਰੈਡ ਆਫ ਨਿਊ ਟੈਕਨੋਲੋਜੀ, ਨੈਕਸਟ ਪੁਆਇੰਟ, ਅਗਰ ਤੁਸੀਂ ਵਧੀਆ ਟੈਕਨੋਲੋਜੀ ਨੂੰ ਅਡੋਪਟ ਕਰਦੇ ਹੋ ਔਰ ਲੈ ਕੇ ਆਉਂਦੇ ਹੋ ਤਾਂ ਡੈਫੀਨੇਟਲੀ ਯੂ ਵਿਲ ਗੈਟ ਗੁੱਡ market price। employment creation, it will create employment to unemployed person, so it is one of the important step or important point, that not only economic development, it is also a good signal for unemployed persons to get employment, and they able to get good earning। Then addition to national income, obvious, if overall development, overall economic development is good, definitely it will promote our national income of our country also। And one of the most important, better living, ਅਗਰ ਕਿਸੇ ਇਨਸਾਨ ਦੀ ਵਧੀਆ ਇਨਕਮ ਆ ਤਾਂ ਉਹਦਾ ਲਿਵਿੰਗ ਸਟੈਂਡਰਡ ਆਫ ਲਿਵਿੰਗ ਵੀ ਵਧੀਆ ਹੋਏਗਾ, ਵਧੀਆ ਉਹ ਖਾਏ ਪੀਏਗਾ, ਵਧੀਆ ਆਪਣਾ ਜੀਏਗਾ, ਉਹਦਾ ਵਧੀਆ ਸਟੇਟਸ ਹੋਏਗਾ। ਕ੍ਰੀਏਸ਼ਨ ਆਫ ਯੂਟਿਲਿਟੀ, ਠੀਕ ਹੈ, ਅਗਰ ਮਾਰਕੀਟ ਤੁਹਾਡੀ ਪ੍ਰੋਡਕਟਿਵ ਹੈ, ਠੀਕ ਹੈ, ਐਂਡ ਐਜ਼ ਨੈਸੈਸਰੀ ਐਜ਼ ਅ ਫਾਰਮ ਪ੍ਰੋਡਕਸ਼ਨ, ਜੋ ਦੈਨ ਜਿਹੜੀ ਮਾਰਕੀਟਿੰਗ ਆ ਉਹ ਤੁਹਾਡੀ ਕੋਸਟ ਨੂੰ ਐਡਅਪ ਕਰ ਦੇਗੀ, ਠੀਕ ਹੈ, ਔਰ ਜਿਹੜੀ ਤੁਹਾਡੇ ਕੋਲ ਯੂਟਿਲਿਟੀਜ਼ ਨੇ ਪ੍ਰੋਡਕਟ ਦੀਆਂ ਉਹ ਵੀ ਇੰਪਰੂਵ ਹੋ ਜਾਣਗੀਆਂ, ਔਰ ਉਹਦੇ ਨਾਲ ਕੀ ਹੋਏਗੀ, ਤੁਹਾਡੀ ਮਾਰਕੀਟਿੰਗ ਵੀ ਜਿਹੜੀ ਵਧੇਗੀ। ਅਤੇ ਇੱਥੇ ਬੇਟਾ ਫੋਲੋਇੰਗ 4 ਤਰ੍ਹਾਂ ਦੀ ਸਾਡੇ ਕੋਲ ਯੂਟਿਲਿਟੀਜ਼ ਨੇ ਪ੍ਰੋਡਕਟ ਦੀਆਂ, ਆਰ ਕ੍ਰੀਏਟਡ ਬਾਏ ਮਾਰਕੀਟਿੰਗ ਨੇ ਪ੍ਰੋਡਕਟ ਦੀਆਂ 4 ਯੂਟਿਲਿਟੀ। ਫੋਰਮ ਯੂਟਿਲਿਟੀ, ਤੁਹਾਡੀ ਪ੍ਰੋਡਕਟ ਦੀ ਫੋਰਮ ਜਿਹੜੀ ਆ ਉਹ ਵਧੀਆ ਹੋਣੀ ਚਾਹੀਦੀ ਆ। ਫੋਰ ਐਗਜ਼ਾਮਪਲ, ਥਰੂ ਪ੍ਰੋਸੈਸਿੰਗ ਆਇਲ ਸੀਡਸ ਆਰ ਕਨਵਰਟਿੰਗ ਟੂ ਆਇਲ, ਸ਼ੂਗਰ ਕੇਨ ਇਨਟੂ ਸ਼ੂਗਰ, cotton into cloth, wheat into flour, or flour into bread, so all these the processed forms are more useful than the original raw material। ਜਿਹੜੀ ਫੋਰਮ ਯੂਟਿਲਿਟੀ ਹੈ ਠੀਕ ਹੈ, ਕਿਸੇ ਤਰ੍ਹਾਂ ਦਾ ਜਿਹੜਾ ਤੁਹਾਨੂੰ ਪ੍ਰੋਡਕਟ ਮਿਲਣਾ ਉਹ ਜ਼ਿਆਦਾ ਬੈਟਰ ਹੈ, ਠੀਕ ਹੈ। ਇਹ ਤਾਂ ਮਾਰਕੀਟ ਨੇ ਇਹਦੀ ਡਿਮਾਂਡ ਜ਼ਿਆਦਾ ਅਤੇ ਓਬੀਅਸ ਇਹਦੀ ਮਾਰਕੀਟਿੰਗ ਜ਼ਿਆਦਾ ਹੋਏਗੀ, ਅਤੇ ਠੀਕ ਹੈ। ਦੈਨ ਪਲੇਸ ਯੂਟਿਲਿਟੀ, ਪਲੇਸ ਮਤਲਬ ਜਗ੍ਹਾ ਕਈ ਵਾਰੀ ਤੁਹਾਡੇ ਕੋਲ ਜਿਹੜੀ ਜਗ੍ਹਾ ਆ ਉਹ ਵੀ ਐਡ ਅਪ ਕਰ ਦਿੰਦੀ ਆ। ਜੇ ਤੁਹਾਡੇ ਕੋਲ ਜਗ੍ਹਾ ਉਹਦੀ ਪ੍ਰੋਡਕਸ਼ਨ ਸੈਂਟਰਸ ਹੋਣਗੇ ਅਤੇ ਈਜ਼ੀਲੀ ਅਵੇਲੇਬਲ ਹੋਏਗਾ, ਠੀਕ ਹੈ, ਔਰ ਤੁਹਾਡੇ ਕੋਲ ਵਿਦਇਨ ਯੂਅਰ ਲਿਮਿਟਸ ਹੋਏਗਾ, ਯੂ ਕੈਨ ਈਜ਼ੀਲੀ ਗੋ ਦੇਅਰ ਐਂਡ ਟੂ ਟੇਕ ਦੈਟ ਪ੍ਰੋਡਕਟ, ਠੀਕ ਹੈ। ਟਾਈਮ ਯੂਟਿਲਿਟੀ ਇਨ ਦਾ ਜਿਹੜੀ ਤੁਹਾਡੇ ਕੋਲ ਪ੍ਰੋਡਕਟ ਹੈ ਉਹ ਥੋੜ੍ਹੇ ਟਾਈਮ ਦੇ ਵਿੱਚ ਅਵੇਲੇਬਲ ਹੋਏਗਾ, ਠੀਕ ਹੈ, ਉਹ ਇੰਪਰੂਵ ਕਰੇਗਾ ਮਾਰਕੀਟਿੰਗ ਨੂੰ। ਪੋਸੈਸ਼ਨ ਯੂਟਿਲਿਟੀ, ਠੀਕ ਹੈ, ਮਾਰਕੀਟਿੰਗ ਫੰਕਸ਼ਨ ਆਫ ਬਾਇੰਗ ਐਂਡ ਸੈਲਿੰਗ ਹੈਲਪ ਇਨ ਦੀ ਟਰਾਂਸਫਰ ਆਫ ਓਨਰਸ਼ਿਪ ਫਰੋਮ ਵਨ ਪਰਸਨ ਟੂ ਅਨਦਰ, ਠੀਕ ਹੈ। ਅਗਰ ਤੁਹਾਡਾ ਪ੍ਰੋਡਕਟ ਜ਼ਿਆਦਾ ਵਿਕਦਾ ਪਿਆ ਹੈ, ਠੀਕ ਹੈ, ਅਤੇ ਉਹਦੇ ਨਾਲ ਕੀ ਹੋਏਗਾ, ਤੁਸੀਂ ਇੱਕ ਪਰਸਨ ਤੋਂ ਦੂਜੇ ਪਰਸਨ ਨੂੰ ਆਪਣਾ ਹੈਂਡਓਵਰ ਕਰ ਸਕਦੇ ਹੋ, ਜਿੱਦਾਂ ਹੋਲਸੇਲ ਤੋਂ ਰਿਟੇਲਰ ਦੇ, ਠੀਕ ਹੈ, ਰਿਟੇਲਰ ਤੋਂ ਦੁਕਾਨਦਾਰ। ਅਤੇ ਇਹਦੇ ਨਾਲ ਕੀ ਹੋਏਗਾ, ਸਾਰੇ ਜਿੰਨੇ ਵੀ ਉਹਦੇ ਅੰਡਰ ਇਸ ਪ੍ਰੋਸੈਸ ਦੇ ਅੰਦਰ ਆ ਜਾਣਗੇ ਉਹ ਸਾਰਿਆਂ ਨੂੰ ਕੀ ਮਿਲੇਗਾ, ਇਨਕਮ ਹੋਏਗੀ, ਔਰ ਉਹਦੇ ਨਾਲ ਕੀ ਹੋਏਗਾ, ਗੁੱਡ ਇਕੋਨਮਿਕ ਡਿਵਲਪਮੈਂਟ ਹੋਏਗੀ, ਠੀਕ ਹੈ। ਜਿਹੜੇ ਫੂਡ ਗ੍ਰੇਨਸ ਨੇ ਇਹਨਾਂ ਦਾ ਮਾਰਕੀਟ ਸਿਸਟਮ ਮੋਰ ਇੰਪੋਰਟੈਂਟ ਹੈ ਇੰਡੀਆ ਦੇ ਵਿੱਚ, ਠੀਕ ਹੈ। ਤੁਹਾਨੂੰ ਪਤਾ ਹੀ ਹੈ ਕਣਕ ਹੈ, ਕਣਕ ਸਾਡੀ ਉੱਗਦੀ ਹੈ, ਮੰਡੀਆਂ ਜਾਂਦੀ, ਆੜ੍ਹਤੀਆਂ ਤੋਂ ਅੱਗੇ, ਠੀਕ ਹੈ ਨਾ, ਫਿਰ ਸਾਡੇ ਕੋਲ ਸਰਕਾਰਾਂ ਖਰੀਦਦੀਆਂ ਨੇ, ਉਹਦੇ ਅਕੋਰਡਿੰਗਲੀ ਸਾਰਿਆਂ ਨੂੰ ਜਿੰਨੇ ਵੀ ਇਹਦੇ 'ਚ ਪਰਸਨ ਇਨਵੋਲਵ ਹੁੰਦੇ ਨੇ, ਮੈਨ ਪਾਵਰ ਸਾਰੀ ਦੀ ਸਾਰੀ ਨੂੰ ਫਾਇਦਾ ਹੁੰਦਾ ਹੈ, ਠੀਕ ਹੈ। ਅਤੇ ਜਿਹੜੀ ਫੂਡ ਗ੍ਰੇਨ ਮਾਰਕੀਟ ਹੈ ਤੁਹਾਨੂੰ ਪਤਾ ਹੀ ਹੈ, ਇਹ ਇੱਕ ਤਾਂ ਸਾਨੂੰ ਕਿਤੋਂ ਖਾਣਾ ਮਿਲਦਾ ਹੈ ਕੰਜ਼ਿਊਮਰਸ ਨੂੰ, ਅਤੇ ਇਹਦੇ ਤੋਂ ਲਾਈਵ ਸਟੋਕ ਨੂੰ, ਪਸ਼ੂਆਂ ਲਈ ਸਾਨੂੰ ਚਾਰਾ ਵੀ ਮਿਲਦਾ ਹੈ। ਸੋ ਦਿਸ ਇਜ਼ ਆਲ ਅਬਾਊਟ ਦੀ ਇੰਪੋਰਟੈਂਸ ਆਫ ਐਗਰੀਕਲਚਰ in agriculture marketing or in trade. Hope you all got all the best.